हाँ जी, KPS सिविल सेवावां दे विच असीं तुहाडा स्वागत करते हैं। अज है 26 मई 2022। रोजाना की तरह खबरों का सिलसिला शुरू करते हैं। सो अज की जिहड़ी साडी पहली खबर आई है वो है राज सभा नाल संबंधित। खबर की है आओ असीं जानते हैं। पहला गांधीਆਂ ਦੀ अगवाई विरुद्ध बगावत करन दे 2 साल बाद साबका केंद्रीय मंत्री कपिल सिब्बल ने बुधवार नूं कांग्रेस छड्डण दे अपने फैसले नूं जनतक कीता, जदों कि समाजवादी पार्टी के समर्थन के नाल आजाद उम्मीदवार वजों आउण वालियां राज सभावां दे लई अपनी नामजदगी है जिहड़ी ओह दाखिल की है। हुण देखो आओ असीं जानते हैं राज सभा बारे। कौंसल ऑफ स्टेटस जिसनूं राज सभा दे नाल नाल जाणिया जांदा है, एक नामकरण जिसका ऐलान 23 अगस्त 1954 ਨੂੰ सदन ਵਿੱਚ चेयर द्वारा ਜਿਹੜਾ ਉਹ ਕੀਤਾ ਗਿਆ ਸੀ। ਦੀਆਂ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੈਗੀਆਂ। ਦੂਜੇ ਚੈਂਬਰ ਦੀ ਉਤਪत्ति ਦਾ ਪਤਾ 1918 ਦੀ ਮੋਂਟੇਗੋ ਚੈਮਸਫੋਰਡ ਰਿਪੋर्ट ਤੋਂ ਲਗਾਇਆ ਜਾ ਸਕਦਾ ਹੈ। ਭਾਰਤ ਸਰਕਾਰ ਐਕਟ 1919 ਦੇ ਵਿੱਚ ਉਸ ਸਮੇਂ ਦੀ ਵਿਧਾਨ ਸਭਾ ਦੇ ਦੂਜੇ ਚੈਂਬਰ ਦੇ ਤੌਰ ਤੇ ਰਾਜ ਦੀ ਪਰਿਸ਼ਦ ਦੀ ਸਿਰਜਣਾ ਦੀ ਵਿਵਸਥਾ ਵੀ ਕੀਤੀ ਗਈ ਸੀ, ਜਿਸ ਵਿੱਚ ਇੱਕ ਸੀਮਤ ਅਧਿਕਾਰ ਸੀਗਾ ਜੋ ਅਸਲ ਦੇ ਵਿੱਚ 1921 ਨੂੰ ਹੋਂਦ ਦੇ ਵਿੱਚ ਆਇਆ ਸੀਗਾ। ਹੁਣ ਗਵਰਨਰ ਜਨਰਲ ਉਸ ਸਮੇਂ ਉਸ ਵੇਲੇ ਦੀ ਕੌਂਸਲ ਆਫ ਸਟੇਟ ਦਾ ਕਾਰਜਕਾਰੀ ਪ੍ਰਧਾਨ ਸੀਗਾ। ਵਿਧਾਨ ਸਭਾ ਦੀ ਗੱਲ ਕਰੀਏ ਤਾਂ ਜਿਸ ਦੀ ਪਹਿਲੀ ਮੀਟਿੰਗ ਹੈ ਜਿਹੜੀ ਪਹਿਲੀ ਵਾਰ 9 ਦਸੰਬਰ 1946 ਨੂੰ ਹੋਈ ਸੀਗੀ, ਉਹਨੇ 1950 ਤੱਕ ਕੇਂਦਰੀ ਵਿਧਾਨ ਸਭਾ ਦੇ ਵਜੋਂ ਆਪਣਾ ਜਿਹੜਾ ਕਾਰਜਾ ਉਹ ਨਿਭਾਇਆ, ਜਦੋਂ ਕਿ ਆਰਜੀ ਸੰਸਦ ਵੱਲੋਂ ਜਿਹੜੀ ਹੈ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਸੀਗਾ। ਇਸ ਸਮੇਂ ਦੇ ਦੌਰਾਨ ਕੇਂਦਰੀ ਵਿਧਾਨ ਸਭਾ ਜਿਸਨੂੰ ਸੰਵਿਧਾਨ ਸਭਾ ਜਾਂ ਵਿਧਾਨ ਸਭਾ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਬਾਅਦ ਦੇ ਵਿੱਚ ਆਰਜੀ ਤੌਰ ਤੇ 1952 ਦੇ ਵਿੱਚ ਪਹਿਲੀਆਂ ਚੋਣਾਂ ਤੱਕ ਇੱਕ ਸਦਨੀ ਸੀਗਾ। ਸੰਵਿਧਾਨ ਦੀ ਧਾਰਾ 80 ਦੇ ਵਿੱਚ ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ ਹੈ ਜਿਹੜੀ 250 ਦੱਸੀ ਗਈ ਹੈ, 250 ਦੱਸੀ ਗਈ ਹੈ, ਜਿਸ ਦੇ ਵਿੱਚੋਂ ਜਿਹੜੇ 12 ਮੈਂਬਰ ਨੇ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹੈ ਤੇ 238 ਮੈਂਬਰ ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਗੇ ਹੁੰਦੇ ਨੇ। ਹਾਲਾਂਕਿ ਰਾਜ ਸਭਾ ਦੀ ਮੌਜੂਦਾ ਦੀ ਜੇਕਰ ਮੈਂਬਰਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ 245 ਹੈਗੀ ਹੈ, ਜਿਨ੍ਹਾਂ ਵਿੱਚੋਂ 233 ਦਿੱਲੀ ਅਤੇ ਪੌਂਡੀਚੇਰੀ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਗੇ ਹਨ ਤੇ 12 ਦੀ ਜਿਹੜੀ ਚੋਣ ਹੈਗੀ ਆ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਹੁਣ ਰਾਸ਼ਟਰਪਤੀ ਦੁਆਰਾ ਨਾਮਜ਼ਦ ਜਿਹੜੇ ਇਹ ਮੈਂਬਰ ਹੁੰਦੇ ਨੇ ਇਹਨਾਂ ਨੂੰ ਸਾਹਿਤ ਲਿਟਰੇਚਰ ਹੋ ਗਿਆ, ਵਿਗਿਆਨ, ਕਲਾ, ਸਮਾਜ ਸੇਵਾ ਵਰਗੇ ਮਾਮਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਤਜਰਬਾ ਰੱਖਣ ਵਾਲੇ ਜਿਹੜੇ ਭਾਵ ਕਿ ਇਹਨਾਂ ਨੂੰ ਇੰਨਾ ਜਿਹੜਾ ਹੈਗਾ ਅਜਿਹੇ ਵਿਸ਼ਿਆਂ ਦਾ ਐਕਸਪੀਰੀਅੰਸ ਹੁੰਦਾ। ਹੁਣ ਦੇਖੋ ਸੀਟਾਂ ਦੀ ਅਗਰ ਵੰਡ ਦੀ ਗੱਲ ਕਰੀਏ ਤਾਂ ਸੰਵਿਧਾਨ ਦੀ 4ਥੀ ਅਨੁਸੂਚੀ ਦੇ ਵਿੱਚ ਰਾਜ ਸਭਾ ਦੇ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੀਟਾਂ ਦੀ ਵੰਡ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈਗੀ ਹੈ। ਸੀਟਾਂ ਦੀ ਵੰਡ ਹਰੇਕ ਰਾਜ ਦੀ ਆਬਾਦੀ ਤੇ ਨਿਰਭਰ ਕਰਦੀ ਹੈ, ਉਸ ਦੇ ਆਧਾਰ ਤੇ ਕੀਤੀ ਜਾਂਦੀ ਹੈ। ਰਾਜਾਂ ਦੇ ਪੁਨਰਗਠਨ ਅਤੇ ਨਵੇਂ ਰਾਜਾਂ ਦੇ ਗਠਨ ਦੇ ਨਤੀਜੇ ਵਜੋਂ 1952 ਤੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਤਲਬ ਅਲਾਟ ਕੀਤੀਆਂ ਗਈਆਂ ਰਾਜ ਸਭਾ ਦੀਆਂ ਦੇ ਵਿੱਚ ਹੋਈਆਂ ਜਿਹੜੀਆਂ ਹੈਗੀਆਂ ਸੀਟਾਂ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਉਸ ਦੇ ਵਿੱਚ ਵੀ ਸਮੇਂ-ਸਮੇਂ ਤੇ ਜਿਹੜਾ ਪਰਿਵਰਤਨ ਹੈ ਉਹ ਆਉਂਦਾ ਰਹਿੰਦਾ ਹੈ, ਭਾਵ ਕਿ ਇਹ ਬਦਲਾਵ ਹੈ ਜਿਹੜਾ ਉਹ ਜਾਰੀ ਰਹਿੰਦਾ ਹੈ। ਅਗਰ ਯੋਗਤਾਵਾਂ ਦੀ ਗੱਲ ਕਰੀਏ ਲੋਕ ਸਭਾ ਦੇ ਮੈਂਬਰ ਬਣਨ ਦੇ ਲਈ ਤਾਂ ਸੰਵਿਧਾਨ ਦੀ ਧਾਰਾ 84 ਸੰਸਦ ਦੀ ਮੈਂਬਰਸ਼ਿਪ ਦੇ ਲਈ ਯੋਗਤਾ ਨਿਰਧਾਰਿਤ ਕਰਦੀ ਹੈ। ਰਾਜ ਸਭਾ ਦੀ ਮੈਂਬਰੀ ਦੇ ਲਈ ਜਿਹੜੇ ਯੋਗ ਵਿਅਕਤੀ ਕੋਲ ਕੁਝ ਜਿਹੜੀਆਂ ਹੈਗੀਆਂ ਯੋਗਤਾਵਾਂ ਉਹ ਹੋਣੀਆਂ ਹੀ ਚਾਹੀਦੀਆਂ ਨੇ। ਪਹਿਲਾ ਕੀ ਹੈਗਾ ਕਿ ਉਹ ਭਾਰਤ ਦਾ ਨਾਗਰਿਕ ਹੋਵੇ ਤੇ ਚੋਣ ਕਮਿਸ਼ਨ ਦੁਆਰਾ ਉਹ ਨਿਯਮਿਤ ਅਧਿਕਾਰਤ ਕਿਸੇ ਵਿਅਕਤੀ ਦੇ ਸਾਹਮਣੇ ਸੰਵਿਧਾਨ ਦੀ 3ਜੀ ਅਨੁਸੂਚੀ ਦੇ ਵਿੱਚ ਇਸ ਉਦੇਸ਼ ਦੇ ਲਈ ਦਿੱਤੇ ਗਏ ਫਾਰਮ ਦੇ ਅਨੁਸਾਰ 100 ਜਾਂ ਪੁਸ਼ਟੀ ਕਰਨੀ ਜਾਂ ਉਸਦੀ ਗਾਰੰਟੀ ਲੈਣੀ ਚਾਹੀਦੀ ਹੈ, ਜਾਂ ਉਸਦੀ ਫਿਰ ਕੀ ਹੈ ਕਿ ਉਸਦੀ ਜਿਹੜੀ ਉਮਰ ਹੈਗੀ ਹੈ ਉਹ 30 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਸ ਕੋਲ ਅਜਿਹੀਆਂ ਹੋਰ ਯੋਗਤਾਵਾਂ ਵੀ ਹੋਣੀਆਂ ਚਾਹੀਦੀਆਂ ਨੇ ਜੋ ਸੰਸਦ ਦੁਆਰਾ ਬਣਾਏ ਗਏ ਕਿਸੇ ਕਾਨੂੰਨ ਦੁਆਰਾ ਜਾਂ ਉਸ ਅਧੀਨ ਨਿਰਧਾਰਿਤ ਕੀਤੀਆਂ ਜਾ ਸਕਦੀਆਂ ਹਨ। ਹੁਣ ਅਯੋਗਤਾਵਾਂ ਵੀ ਇਸ ਦੇ ਵਿੱਚ ਸ਼ਾਮਿਲ ਹੈਗੀਆਂ। ਹੁਣ ਉਹ ਕਿਹੜੀਆਂ ਹੈਗੀਆਂ, ਉਹ ਕਿਹੜੀਆਂ ਗੱਲਾਂ ਕਰਕੇ, ਉਹ ਕਿਹੜੇ ਕਾਰਨਾਂ ਕਰਕੇ
ਕਿ ਮੈਂਬਰ ਨੂੰ ਅਯੋਗ ਵੀ ਠਹਿਰਾਇਆ ਜਾ ਸਕਦਾ ਹੈ। ਸੰਵਿਧਾਨ ਦੀ ਧਾਰਾ 102 ਇਹ ਨਿਰਧਾਰਿਤ ਕਰਦੀ ਹੈਗੀ ਹੈ ਕਿ ਕਿਸੇ ਵਿਅਕਤੀ ਨੂੰ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਵਜੋਂ ਇੱਕ ਤਾਂ ਚੁਣੇ ਜਾਣ ਤੇ ਹੋਣ ਦੇ ਲਈ ਆਯੋਗ ਵੀ ਜਿਹੜਾ ਠਹਿਰਾਇਆ ਜਾ ਸਕਦਾ ਹੈ। ਪਹਿਲਾਂ ਕੀ ਹੈ ਕਿ ਜੇਕਰ ਉਹ ਭਾਰਤ ਸਰਕਾਰ ਜਾਂ ਕਿਸੇ ਰਾਜ ਦੀ ਸਰਕਾਰ ਦੇ ਅਧੀਨ ਕੋਈ ਲਾਭ ਦਾ ਅਹੁਦਾ ਰੱਖਦਾ ਤਾਂ ਸੰਸਦ ਦੇ ਕਾਨੂੰਨ ਦੁਆਰਾ ਆਪਣੇ ਧਾਰਕ ਨੂੰ ਅਯੋਗ ਨਾ ਠਹਿਰਾਉਣ ਦੇ ਲਈ ਕੋਸ਼ਿਸ਼ ਕੀਤੇ ਗਏ ਅਹੁਦੇ ਤੋਂ ਇਲਾਵਾ ਜੇਕਰ ਉਹ ਅਸਵਸਥ ਮੰਨਦਾ ਹੈਗਾ ਸਮਰੱਥ ਅਦਾਲਤ ਦੁਆਰਾ ਘੋਸ਼ਿਤ ਕੀਤਾ ਗਿਆ ਉਹ ਇੱਕ ਦਿਵਾਲੀਆ ਜਿਹੜਾ ਉਹ ਘੋਸ਼ਿਤ ਕੀਤਾ ਗਿਆ ਹੋਵੇ ਜਾਂ ਉਹ ਭਾਰਤ ਦਾ ਨਾਗਰਿਕ ਨਹੀਂ ਹੈਗੀ ਜਾਂ ਨਾਗਰਿਕਤਾ ਜਿਹੜੀ ਉਹ ਛੱਡ ਦਿੱਤੀ ਹੈ ਉਸਨੇ ਜਾਂ ਉਸਨੇ ਕਿਸੇ ਸਵੈ ਇੱਛਾ ਦੇ ਨਾਲ ਆਪਣੀ ਇੱਛਾ ਦੇ ਨਾਲ ਕਿਸੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਜਿਹੜੀ ਉਹ ਹਾਸਿਲ ਕਰ ਲਈ ਹੈ ਜਾਂ ਕਿਸੇ ਵਿਦੇਸ਼ੀ ਰਾਜ ਪ੍ਰਤੀ ਵਫਾਦਾਰੀ ਦੀ ਸਵੀਕ੍ਰਿਤੀ ਜਾਂ ਇਹ ਜਿਹੜੀ ਹੈ ਇਹ ਨਿਯਮ ਪਾਲਣਾ ਦੇ ਅਧੀਨ ਹੈ ਸੋ ਉਸ ਰਾਜ ਦੇ ਪ੍ਰਤੀ। ਹੁਣ ਜੇ ਉਹ ਸੰਸਦ ਦੁਆਰਾ ਬਣਾਏ ਗਏ ਕਿਸੇ ਵੀ ਕਾਨੂੰਨ ਦੁਆਰਾ ਜਾਂ ਇਸ ਦੇ ਅਧੀਨ ਅਯੋਗ ਠਹਿਰਾਇਆ ਜਾਂਦਾ ਹੋਵੇ। ਹੁਣ ਇਲੈਕਟੋਰਲ ਕਾਲਜ ਹੁਣ ਰਾਜ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਗੀਆਂ ਦੀ ਚੋਣ ਅਸਿੱਧੀ ਚੋਣ ਦੇ ਢੰਗ ਦੇ ਨਾਲ ਕੀਤੀ ਜਾਂਦੀ ਹੈ। ਹਰੇਕ ਰਾਜ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਗੀਆਂ ਦੀ ਚੋਣ ਉਸ ਰਾਜ ਦੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਅਤੇ ਉਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲਈ ਇਲੈਕਟੋਰਲ ਕਾਲਜ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਕਿ ਕੇਸ ਹੋਵੇ ਕੋਈ ਵੀ ਇਕਹਿਰੀ ਤਬਾਦਲਾ ਯੋਗ ਵੋਟ ਦੇ ਮਾਧਿਅਮ ਨਾਲ ਅਨੁਪਾਤਕ ਨੁਮਾਇੰਦਗੀ ਦੀ ਪ੍ਰਣਾਲੀ ਦੇ ਅਨੁਸਾਰ। ਹੁਣ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿੱਚ ਇਲੈਕਟੋਰਲ ਕਾਲਜ ਦੇ ਵਿੱਚ ਦਿੱਲੀ ਦੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਸ਼ਾਮਿਲ ਹੁੰਦੇ ਹੈਗੇ ਆ। ਪੌਂਡੀਚੇਰੀ ਦੇ ਲਈ ਪੌਂਡੀਚੇਰੀ ਵਿਧਾਨ ਸਭਾ ਦੇ ਮੈਂਬਰ ਜਿਹੜੇ ਚੁਣੇ ਹੋਏ ਉਹ ਇਸ ਦੇ ਵਿੱਚ ਇਨਕਲੂਡ ਹੁੰਦੇ ਆ ਸ਼ਾਮਿਲ ਹੁੰਦੇ ਆ। ਸੋ ਇਹ ਸੀਗਾ ਅੱਜ ਦੀ ਸਾਡੀ ਜਿਹੜੀ ਪਹਿਲੀ ਖਬਰ ਦਾ ਜਿਹੜਾ ਟੌਪਿਕ ਹੈ ਇਹ ਰਾਜ ਸਭਾ ਨਾਲ ਸੰਬੰਧਿਤ। ਦੂਜਾ ਕੀ ਹੈਗਾ ਪਲਾਸਟਿਕ ਨਾਲ ਸੰਬੰਧਿਤ ਹੈ ਜਿਹੜਾ ਉਹ ਆਇਆ ਦੂਜਾ ਟੌਪਿਕ ਸਿੰਗਲ ਯੂਜ਼ ਪਲਾਸਟਿਕ। ਪਹਿਲਾਂ ਖਬਰ ਬਾਰੇ ਜਾਣਦੇ ਹਾਂ। ਹੁਣ 1 ਜੁਲਾਈ ਤੋਂ ਦੇਸ਼ ਦੇ ਵਿੱਚ ਹੁਣ ਸਿੰਗਲ ਯੂਜ਼ ਪਲਾਸਟਿਕ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਸ ਦੀ ਆਗਿਆ ਜਿਹੜੀ ਉਹ ਨਹੀਂ ਹੋਏਗੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਲ ਦੇ ਸ਼ੁਰੂ ਵਿੱਚ ਉਤਪਾਦਕਾਂ ਦੁਕਾਨਦਾਰਾਂ ਸਟਰੀਟ ਵੈਂਡਰਾਂ ਹੋ ਗਏ ਅਤੇ ਆਮ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਤੇ ਪਾਬੰਦੀ ਲਾਉਣ ਬਾਰੇ ਸੂਚਿਤ ਕੀਤਾ ਜਿਨ੍ਹਾਂ ਨੂੰ ਸਰਕਾਰ ਸਿੰਗਲ ਯੂਜ਼ ਪਲਾਸਟਿਕ ਮੰਨਦੀ ਹੈ। ਹੁਣ ਆਓ ਅਸੀਂ ਜਾਣਦੇ ਹਾਂ ਇਸ ਦੇ ਬਾਰੇ। ਸਿੰਗਲ ਯੂਜ਼ ਪਲਾਸਟਿਕ ਜਿਵੇਂ ਕਿ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਉਹ ਪਲਾਸਟਿਕ ਉਤਪਾਦ ਹਨ ਜਿਨ੍ਹਾਂ ਨੂੰ ਸੁੱਟਣ ਤੋਂ ਪਹਿਲਾਂ ਇੱਕ ਵਾਰ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਦੀ। ਅਕਸਰ ਇਸ ਕਿਸਮ ਦੇ ਪਲਾਸਟਿਕ ਦਾ ਸਹੀ ਢੰਗ ਦੇ ਨਾਲ ਨਿਪਟਾਰਾ ਨਹੀਂ ਕੀਤਾ ਜਾਂਦਾ ਇਸ ਲਈ ਰੀਸਾਈਕਲ ਹੈ ਜਿਹੜਾ ਨਹੀਂ ਕੀਤਾ ਜਾਂਦਾ। ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਜਿਵੇਂ ਗੁਬਾਰੇ ਹੋ ਗਏ ਝੰਡੇ ਕੈਂਡੀ ਹੋ ਗਿਆ ਆਈਸਕ੍ਰੀਮ ਹੋ ਗਈ ਕਿੰਨੀਆਂ ਹੀ ਜਿਹੜੀਆਂ ਚੀਜ਼ਾਂ ਪਲਾਸਟਿਕ ਦੀਆਂ ਹੋ ਗਈਆਂ ਸਜਾਵਟ ਦੇ ਲਈ ਵਰਤੇ ਜਾਂਦੇ ਥਰਮੋਕੋਲ ਹੋ ਗਏ ਪਲੇਟਸ ਹੋ ਗਈਆਂ ਪਲੇਟਾਂ ਕੱਪ ਗਲਾਸ ਅਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਮਿਠਾਈ ਦੇ ਡੱਬੇ ਵਿੱਚ ਵਰਤੀਆਂ ਜਾਂਦੀਆਂ ਫਿਲਮਾਂ ਸੱਦਾ ਕਾਰਡਸ ਹੋ ਗਏ ਸਿਗਰਟ ਦੇ ਪੈਕੇਟ ਹੋ ਗਏ ਮਤਲਬ ਕਿੰਨੀਆਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ 100 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਬੈਨਰਾਂ ਦੇ ਵਿੱਚ ਵਰਤੀਆਂ ਜਾਂਦੀਆਂ। ਸੋ 1 ਜੁਲਾਈ ਤੋਂ ਇਹਨਾਂ ਸਭ ਤੇ ਜਿਹੜੀ ਹੈ ਇਹ ਪਾਬੰਦੀ ਲਗਾਈ ਗਈ ਹੈ। ਹੁਣ 120 ਮਾਈਕਰੋਨ ਤੋਂ ਘੱਟ ਮੋਟਾਈ ਦੇ ਪਲਾਸਟਿਕ ਬੈਗ 30 ਦਸੰਬਰ ਤੋਂ ਪੜਾਵਾਰ ਜਿਹੜੇ ਆ ਉਹ ਬਾਹਰ ਕੱਢੇ ਜਾਣਗੇ। ਇਹ ਸੀਗੀ ਸਾਡੀ ਜਿਹੜੀ ਦੂਜੀ ਖਬਰ ਸਿੰਗਲ ਯੂਜ਼ ਪਲਾਸਟਿਕ ਦੇ ਨਾਲ ਸੰਬੰਧਿਤ। ਤੀਜੀ ਖਬਰ ਆਈ ਹੈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨਾਲ ਸੰਬੰਧਿਤ। ਖਬਰ ਕੀ ਹੈ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਭਾਰਤ ਨੇ ਭਾਰਤ ਦੇ ਵਿੱਚ ਸਿਹਤ ਸੰਭਾਲ ਦੇ ਡਿਜੀਟਲ ਪਰਿਵਰਤਨ ਦੀ ਸ਼ੁਰੂਆਤ ਕੀਤੀ ਹੈ। ਹੁਣ ਇਸ ਮਿਸ਼ਨ ਤਹਿਤ ਜਿਹੜੇ ਨਾਗਰਿਕ ਹੈ ਉਹ ਆਯੁਸ਼ਮਾਨ ਭਾਰਤ ਸਿਹਤ ਖਾਤਾ ਨੰਬਰ ਤਿਆਰ ਕਰ ਸਕਣਗੇ ਜਿਸ ਦੇ ਨਾਲ ਉਹਨਾਂ ਦੇ ਡਿਜੀਟਲ ਸਿਹਤ ਰਿਕਾਰਡ ਨੂੰ ਜੋੜਿਆ ਜਾ ਸਕੇਗਾ। ਆਯੁਸ਼ਮਾਨ ਭਾਰਤ ਦੀ ਇੱਕ ਪ੍ਰਮੁੱਖ ਸਕੀਮ ਹੈਗੀ ਹੈ ਜੋ ਕਿ ਯੂਨੀਵਰਸਲ ਹੈਲਥ ਕਵਰੇਜ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਲਈ ਰਾਸ਼ਟਰੀ ਸਿਹਤ ਨੀਤੀ 2017 ਦੀ ਸਿਫਾਰਿਸ਼ ਅਨੁਸਾਰ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਸੀਗੀ। ਇਸ ਦੀ ਸ਼ੁਰੂਆਤ ਸਤੰਬਰ 2021 ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਕਾਨਫਰੰਸ ਦੇ ਰਾਹੀਂ ਕੀਤੀ ਸੀ
ਇਸ ਦਾ ਮਕਸਦ ਹੈ ਕਿ ਸਭ ਭਾਰਤੀ ਨਾਗਰਿਕਾਂ ਨੂੰ ਲੋੜ ਪੈਣ ਉੱਤੇ ਹਸਪਤਾਲਾਂ, ਬੀਮਾ ਫਾਰਮਾਂ ਤੇ ਨਾਗਰਿਕਾਂ ਨੂੰ ਇਲੈਕਟ੍ਰੋਨਿਕ ਢੰਗ ਦੇ ਨਾਲ ਸਿਹਤ ਰਿਕਾਰਡ ਵਰਤਣ ਦੇ ਵਿੱਚ ਮਦਦ ਕਰਨ ਦੇ ਲਈ ਡਿਜੀਟਲ ਸਿਹਤ ਆਈਡੀ ਦੇਣ। ਮਿਸ਼ਨ ਦੇ ਪਾਇਲਟ ਪ੍ਰੋਜੈਕਟ ਦਾ ਐਲਾਨ ਪ੍ਰਧਾਨ ਮੰਤਰੀ ਨੇ 15 ਅਗਸਤ 2020 ਨੂੰ ਲਾਲ ਕਿਲੇ ਦੀ ਫਸੀਲ ਤੋਂ ਕੀਤਾ ਸੀ। ਇਹ ਪ੍ਰੋਜੈਕਟ 6 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਪਾਇਲਟ ਪੜਾਅ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰਾਸ਼ਟਰੀ ਸਿਹਤ ਅਥਾਰਟੀ ਲਾਗੂ ਕਰਨ ਵਾਲੀ ਜਿਹੜੀ ਇਹ ਏਜੰਸੀ ਹੋਏਗੀ। ਹੁਣ ਸਿਹਤ ਸੰਬੰਧੀ ਜਿਹੜੀ ਆਈਡੀ ਕਾਰਡਸ ਹੈ ਇਹ ਹਰ ਨਾਗਰਿਕ ਦੇ ਲਈ ਜਾਰੀ ਕੀਤਾ ਜਾਵੇਗਾ ਜੋ ਉਹਨਾਂ ਦੇ ਸਿਹਤ ਖਾਤੇ ਵਜੋਂ ਵੀ ਕੰਮ ਕਰੇਗਾ। ਇਸ ਸਿਹਤ ਖਾਤੇ ਵਿੱਚ ਹਰ ਟੈਸਟ, ਹਰ ਬਿਮਾਰੀ, ਡਾਕਟਰਾਂ ਦੇ ਦੌਰੇ ਦੇ ਲਈ ਦਵਾਈਆਂ, ਨਿਦਾਨ ਦੇ ਵੇਰਵੇ ਜਿਹੜੇ ਉਹ ਸ਼ਾਮਿਲ ਹੋਣਗੇ। ਹੈਲਥ ਆਈਡੀ ਮੁਫਤ ਹੈ, ਸਵੈਚਿਤ ਹੈ। ਇਹ ਸਿਹਤ ਡੇਟਾ ਦਾ ਵਿਸ਼ਲੇਸ਼ਣ ਕਰਨ ਦੇ ਵਿੱਚ ਵੀ ਮਦਦ ਕਰੇਗਾ ਤੇ ਸਿਹਤ ਪ੍ਰੋਗਰਾਮਾਂ ਦੇ ਲਈ ਬਿਹਤਰ ਯੋਜਨਾਬੰਦੀ, ਬਜਟ ਬਣਾਉਣ ਅਤੇ ਲਾਗੂ ਕਰਨ ਦੇ ਵਿੱਚ ਵੀ ਅਗਵਾਈ ਕਰੇਗਾ। ਹੁਣ ਸਿਹਤ ਸੰਭਾਲ ਸੁਵਿਧਾਵਾਂ ਅਤੇ ਪੇਸ਼ਾਵਰਾਂ ਦੀ ਜਿਹੜੀ ਰਜਿਸਟਰੀ ਹੈ, ਇਹ ਪ੍ਰੋਗਰਾਮ ਦਾ ਇੱਕ ਹੋਰ ਵੱਡਾ ਭਾਗ ਹੈਗਾ। ਸਿਹਤ ਸੰਭਾਲ ਪੇਸ਼ਾਵਰਾਂ ਦੀ ਰਜਿਸਟਰੀ, ਸਿਹਤ ਸੰਭਾਲ ਸੁਵਿਧਾਵਾਂ ਦੀ ਰਜਿਸਟਰੀ ਦੀ ਸਿਰਜਣਾ ਕਰਨਾ। ਹੁਣ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਜੋ ਡਾਕਟਰੀ ਪੇਸ਼ਾਵਰ ਅਤੇ ਸਿਹਤ ਬੁਨਿਆਦੀ ਢਾਂਚੇ ਤੱਕ ਆਸਾਨ ਇਲੈਕਟ੍ਰੋਨਿਕ ਪਹੁੰਚ ਦੀ ਆਗਿਆ ਦਿੰਦਾ ਹੈ। HPR ਦਵਾਈ ਦੀਆਂ ਆਧੁਨਿਕ ਅਤੇ ਰਵਾਇਤੀ ਪ੍ਰਣਾਲੀਆਂ ਵਿੱਚ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਵਿੱਚ ਸ਼ਾਮਿਲ ਸਾਰੇ ਸਿਹਤ ਸੰਭਾਲ ਪੇਸ਼ਾਵਰਾਂ ਦਾ ਇੱਕ ਵਿਆਪਕ ਭੰਡਾਰ ਹੋਏਗਾ। HFR ਡੇਟਾਬੇਸ ਦੇ ਵਿੱਚ ਦੇਸ਼ ਦੀਆਂ ਸਾਰੀਆਂ ਸਿਹਤ ਸਹੂਲਤਾਂ ਦੇ ਜਿਹੜੇ ਰਿਕਾਰਡ ਆ ਉਹ ਹੋਣਗੇ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸੈਂਡਬਾਕਸ ਹੈ ਜਿਹੜਾ ਉਹ ਮਿਸ਼ਨ ਦੇ ਹਿੱਸੇ ਵਜੋਂ ਬਣਾਇਆ ਗਿਆ ਇੱਕ ਟੈਕਨੋਲੋਜੀ ਅਤੇ ਉਤਪਾਦ ਟੈਸਟਿੰਗ ਦੇ ਲਈ ਇੱਕ ਫਰੇਮਵਰਕ ਵਜੋਂ ਕੰਮ ਕਰੇਗਾ ਤਾਂ ਜੋ ਰਾਸ਼ਟਰੀ ਡਿਜੀਟਲ ਸਿਹਤ ਇਕੋਸਿਸਟਮ ਦਾ ਹਿੱਸਾ ਬਣਨ ਦੇ ਇੱਛੁਕ ਨਿੱਜੀ ਖਿਡਾਰੀਆਂ ਸਮੇਤ ਸੰਗਠਨਾਂ ਨੂੰ ਸਿਹਤ ਸੂਚਨਾ ਪ੍ਰਦਾਤਾ ਜਾਂ ਸਿਹਤ ਸੂਚਨਾ ਉਪਭੋਗਤਾ ਬਣਨ ਜਾਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਬਿਲਡਿੰਗ ਬਲਾਕਾਂ ਦੇ ਨਾਲ ਕੁਸ਼ਲਤਾ ਨਾਲ ਜੋੜਨ ਦੇ ਵਿੱਚ ਹੈ ਜਿਹੜੀ ਉਹ ਹੈਲਪ ਕਰੇਗਾ, ਮਦਦ ਕਰੇਗਾ। ਹੁਣ ਉਮੀਦ ਕੀਤੇ ਜਾਂਦੇ ਜਿਹੜੇ ਫਾਇਦੇ ਕੀ ਹੋਣਗੇ? ਪਹਿਲਾ ਤਾਂ ਹੈ ਡਾਕਟਰਾਂ ਅਤੇ ਹਸਪਤਾਲਾਂ ਦੇ ਤੇ ਸਿਹਤ ਸੰਭਾਲ ਸੇਵਾ ਪ੍ਰਦਾਤਾਵਾਂ ਦੇ ਲਈ ਕਾਰੋਬਾਰ ਦੇ ਵਿੱਚ ਆਸਾਨੀ ਹੋਏਗੀ। ਇਸ ਦੇ ਨਾਲ ਆਸਾਨੀ ਨੂੰ ਯਕੀਨੀ ਬਣਾਇਆ ਜਾਵੇਗਾ। ਨਾਗਰਿਕਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੀਆਂ ਸਿਹਤ ਰਿਕਾਰਡਾਂ ਤੱਕ ਪਹੁੰਚਣਾ ਤੇ ਵਟਾਂਦਰੇ ਦੀ ਸਮਰੱਥਾ ਜਿਹੜੀ ਹੈ ਉਹਨਾਂ ਨੂੰ ਵੀ ਸਮਰੱਥ ਬਣਾਉਣਾ। ਡਿਜੀਟਲ ਸਿਹਤ ਇਕੋਸਿਸਟਮ ਦੇ ਅੰਦਰ ਏਕੀਕਰਨ ਦੀ ਸਿਰਜਣਾ ਕਰਨਾ ਜੋ ਕਿ ਯੂਨੀਫਾਈਡ ਪੇਮੈਂਟ ਇੰਟਰਫੇਸ ਦੁਆਰਾ ਭੁਗਤਾਨਾਂ ਵਿੱਚ ਕ੍ਰਾਂਤੀ ਲਿਆਉਣ ਦੇ ਵਿੱਚ ਨਿਭਾਈ ਗਈ ਭੂਮਿਕਾ ਦੇ ਸਮਾਨ। ਇਹ ਮਿਸ਼ਨ ਗੁਣਵੱਤਾ ਭਰਪੂਰ ਸਿਹਤ ਸੰਭਾਲ ਤੱਕ ਬਰਾਬਰ ਪਹੁੰਚ ਦੇ ਵਿੱਚ ਸੁਧਾਰ ਕਰੇਗਾ ਕਿਉਂਕਿ ਇਹ ਟੈਲੀਮੈਡੀਸਿਨ ਵਰਗੀਆਂ ਟੈਕਨੋਲੋਜੀਆਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰੇਗਾ ਤੇ ਸੇਵਾਵਾਂ ਦੀ ਰਾਸ਼ਟਰੀ ਪੋਰਟੇਬਿਲਿਟੀ ਨੂੰ ਸਮਰੱਥ ਵੀ ਬਣਾਏਗਾ। ਸੋ ਇਸ ਦੇ ਨਾਲ ਹੀ ਸਾਰੀਆਂ ਅੱਜ ਦੀਆਂ ਖਬਰਾਂ ਦਾ ਸਿਲਸਿਲਾ ਖਤਮ ਹੁੰਦਾ ਹੈ। ਧੰਨਵਾਦ।